ਬਾਬਾ ਕਬੀਰ ਕਹਿੰਦੇ ਨੇ ਕਿ ਰੱਬ ਦੇ ਭਜਨ ਤੋਂ ਬਗੈਰ ਅੰਧਕਾਰ ਸੁਖ ਕਬੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਗਰੀਬ ਹੈ, ਸਤਿਗੁਰ ਕਹਿੰਦੇ ਦੋਵੇਂ ਹੀ ਦੁਖੀ ਨੇ ਗੁਰੂ ਦੇ ਗਿਆਨ ਤੋਂ ਬਗੈਰ। ਅੰਧਕਾਰ ਹਨੇਰੇ ਵਾਲੇ, ਸੁਖ ਕਬੂ ਨਾ ਸੋਏ, ਕਦੀ ਵੀ ਸੁਖੀ ਨਹੀਂ ਸੌ ਸਕਦੇ, ਭਾਵੇਂ ਉਹ ਰਾਜਾ ਹੈ ਤੇ ਭਾਵੇਂ ਉਹ ਗਰੀਬ ਹੈ। ਅੰਧਕਾਰ ਸੁਖ ਕਬੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਭਾਵੇਂ ਰਾਜਾ ਹੈ ਤੇ ਭਾਵੇਂ ਗਰੀਬ ਹੈ, ਉਹ ਰੋਣਗੇ, ਜ਼ਰੂਰ ਰੋਣਗੇ। ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿੰਨ ਪੁਰਖ ਕੋ ਉੱਤਮ ਕਰ ਮਾਨ। ਮਹਾਰਾਜ ਕਹਿੰਦੇ ਉਹਨਾਂ ਨੂੰ ਸ਼੍ਰੋਮਣੀ ਗਿਣ, ਉਹ ਉੱਤਮ ਨੇ। ਉਹਨਾਂ ਨੇ ਜ਼ਿੰਦਗੀ ਦਾ ਲਕਸ਼ ਗੁਰੂ ਦੀ ਕਿਰਪਾ ਨਾਲ ਜਾਣ ਲਿਆ ਸਤਸੰਗਤ ਕਰਕੇ, ਤਾਂ ਉੱਤਮ ਨੇ। ਉਹ ਵਿਰਲੇ ਨੇ, ਜਗ ਮੈਂ ਉੱਤਮ ਕਾਢੀਐ ਵਿਰਲੇ ਕਈ ਕੇ। ਕੋਈ ਵਿਰਲੇ ਨੇ ਜਿਹੜੇ ਇਸ ਅਵਸਥਾ ਤੇ ਗੁਰੂ ਦੀ ਕਿਰਪਾ ਨਾਲ ਪਹੁੰਚਦੇ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਸੰਸਾਰ ਇੱਕ ਦਿਨ ਛੱਡਣਾ ਹੀ ਪੈਣਾ ਹੈ, ਇਹ ਰਸ ਇੱਕ ਦਿਨ ਛੱਡਣੇ ਹੀ ਪੈਣੇ ਨੇ। ਤੇ ਜਿਨ੍ਹਾਂ ਨੇ ਇਹਨਾਂ ਰਸਾਂ ਨਾਲ ਇਹਨਾਂ ਸਵਾਸਾਂ ਨੂੰ ਜੋੜ ਲਿਆ, ਉਹਨਾਂ ਨੇ ਦੁਖੀ ਹੋਣਾ ਹੈ। ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਨਾਨਕ ਤਿੰਨ ਪੁਰਖ ਕੋ ਉੱਤਮ ਕਰ ਮਾਨ। ਹਾਂਜੀ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ। ਸਤਿਗੁਰੂ ਆਖਰਲੇ ਪਦੇ ਵਿੱਚ ਦੱਸਣ ਲੱਗੇ ਨੇ, ਫਿਰ ਉਹ ਉੱਤਮ ਪੁਰਸ਼ ਕੀ ਕਰਦੇ ਨੇ। ਐਸਾ ਗੁਰੂ ਦਾ ਸਵਾਰਿਆ ਹੋਇਆ ਪੁਰਸ਼ ਫਿਰ ਕੀ ਕਰਦਾ ਹੈ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ। ਮਹਾਰਾਜ ਕਹਿੰਦੇ ਉਹ ਜੋ ਕੁਛ ਵੀ ਕਰਦਾ ਰੱਬ ਦੇ ਪਿਆਰ ਵਿੱਚ ਹੀ ਕਰਦਾ, ਰੱਬ ਨੂੰ ਭੁੱਲ ਕੇ ਕੋਈ ਕੰਮ ਨਹੀਂ ਕਰਦਾ, ਪਰਮੇਸ਼ਰ ਨੂੰ ਵਿਸਾਰ ਕੇ ਕੋਈ ਕੰਮ ਨਹੀਂ ਕਰਦਾ। ਜੇ ਰੋਟੀ ਵੀ ਖਾਏਗਾ ਤੇ ਪ੍ਰਭੂ ਦੀ ਯਾਦ ਵਿੱਚ, ਜੇਕਰ ਟੁਰੇਗਾ ਤੇ ਪ੍ਰਭੂ ਦੀ ਯਾਦ ਵਿੱਚ। ਸਤਿਗੁਰੂ ਨੇ ਤੇ ਇੱਥੋਂ ਤੱਕ ਬਚਨ ਕਰਨੇ, ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਕੇਰੀ, ਬਾਝ ਸੱਚੈ ਨਾਏ। ਉਹ ਕੇਵਲ ਤੇ ਕੇਵਲ ਰੱਬ ਦੇ ਪਿਆਰ ਵਿੱਚ ਨੇ, ਹਰ ਵੇਲੇ ਮਾਲਕ ਦੇ ਰੰਗ ਵਿੱਚ ਨੇ। ਰੰਗ ਦਾ ਅਰਥ ਵੈਸੇ ਪਿਆਰ ਹੈ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ। ਉਹ ਕਿਧਰੇ ਵੀ ਵਿਚਰਦੇ ਨੇ, ਕਿਧਰੇ ਵੀ ਜਾਂਦੇ ਨੇ, ਕੁਝ ਵੀ ਆਪਣੀ ਕਿਰਤ ਕਰਦੇ ਨੇ, ਰੱਬ ਦੇ ਰੰਗ ਵਿੱਚ ਨੇ। ਜੇ ਦੁਕਾਨਦਾਰੀ ਕਰ ਰਿਹਾ ਤਾਂ ਵੀ ਉਹਦੀ ਯਾਦ ਵਿੱਚ, ਜੇ ਨੌਕਰੀ ਕਰ ਰਿਹਾ ਤਾਂ ਵੀ ਉਹਦੀ ਯਾਦ ਵਿੱਚ, ਜੇ ਸਫ਼ਰ ਕਰ ਰਿਹਾ ਤਾਂ ਵੀ ਉਹਦੀ ਯਾਦ ਵਿੱਚ, ਜੇ ਖਾ ਰਿਹਾ ਤਾਂ ਵੀ ਉਹਦੀ ਯਾਦ ਵਿੱਚ, ਜੇ ਸੌਂ ਰਿਹਾ ਤਾਂ ਵੀ ਉਹਦੀ ਯਾਦ ਵਿੱਚ, ਜੇ ਉੱਠ ਰਿਹਾ ਤਾਂ ਵੀ ਉਹਦੀ ਯਾਦ ਵਿੱਚ। ਸੌਂਦੇ ਪੀ ਵਾਹ ਵਾਹ ਉਚਰੈ, ਉੱਠਦੇ ਪੀ ਵਾਹ ਕਰੇ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਜਿਹੜੇ ਉਹ ਉੱਤਮ ਪੁਰਸ਼ ਨੇ, ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ, ਉਹਨਾਂ ਦੀ ਫਿਰ ਜੀਵਨ ਇਸੇ ਤਰ੍ਹਾਂ ਦਾ ਹੁੰਦਾ ਹੈ। ਉਹਨਾਂ ਦੀ ਜੀਵਨ ਵਿੱਚ ਉਹ ਜਗ ਜੀਵਨ ਵਸ ਗਿਆ ਹੈ। ਉਹਨਾਂ ਨੂੰ ਇਹ ਪਤਾ ਲੱਗ ਗਿਆ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੀਵਦਿਆਂ ਨੂੰ ਮਿਲੈ ਸੋ ਜੀਵਨ ਦੇ, ਹਰ ਜਗ ਜੀਵਨ ਉਰਥਾਰ। ਉਹਨਾਂ ਨੂੰ ਐਸੀ ਦਾਤ ਪਰਮੇਸ਼ਰ ਨੇ ਦੇ ਦਿੱਤੀ, ਬੈਠਦਿਆਂ ਉੱਠਦਿਆਂ ਉਸ ਦੇ ਪਿਆਰ ਵਿੱਚ ਨੇ, ਉਸ ਦੀ ਯਾਦ ਵਿੱਚ ਨੇ, ਉਸ ਦੇ ਰੰਗ ਵਿੱਚ ਨੇ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ। ਤੇ ਫਿਰ ਕੀ ਹੈ, ਸਦਾ ਸਦਾ ਬਸੈ ਹਰ ਸੰਗ। ਬਸ ਮਹਾਰਾਜ ਕਹਿੰਦੇ ਨੇ ਹਮੇਸ਼ਾ ਹਰ ਵੇਲੇ। ਤੇ ਹਮੇਸ਼ਾ ਹਰ ਵੇਲੇ ਦਾ ਮਤਲਬ ਹੈ ਹਜ਼ੂਰੀ। ਜਿਹੜੀ ਸੰਗਤ ਉਹਨਾਂ ਨੇ ਕੀਤੀ ਸੀ, ਹਾਜ਼ਰੀ ਹਜ਼ੂਰੀ ਵਿੱਚ ਬਦਲ ਗਈ। ਗੁਰਦੁਆਰੇ ਆਉਣ ਦਾ ਮਤਲਬ ਹੀ ਇਹ ਹੈ ਕਿ ਗੁਰੂ ਦੇ ਸ਼ਬਦ ਦੀ ਹਾਜ਼ਰੀ ਭਰਨੀ ਤੇ ਹਾਜ਼ਰੀ ਹਜ਼ੂਰੀ ਹੋ ਜਾਏ। ਹਜ਼ੂਰੀ ਮਨ ਦੀ ਹੁੰਦੀ ਹੈ। ਤੁਸੀਂ ਗੁਰੂ ਸਰੀਰ ਨਹੀਂ ਹਾਜ਼ਰ ਹੋ ਸਕਦਾ ਹਮੇਸ਼ਾ ਗੁਰੂ ਨਾਲ। ਗੁਰਦੁਆਰੇ ਸਰੀਰ ਕਿੰਨਾ ਕੁ ਚਿਰ ਬਿਠਾ ਲਾਂਗੇ, ਪਰ ਸ਼ਬਦ ਦੀ ਹਜ਼ੂਰੀ, ਸੁਰਤ ਜਿਹੜੀ ਹੈ, ਉਹ ਗੁਰੂ ਦੀ ਕਿਰਪਾ ਨਾਲ ਸ਼ਬਦ ਨਾਲ ਜੁੜੀ ਰਹੇ। ਹੁਣ ਬੱਚੇ ਅੰਦਰ ਸਾਨੂੰ ਕਦੀ ਭੁੱਲਦੇ ਨੇ, ਅਸੀਂ ਬੱਚਿਆਂ ਦੀ ਹਜ਼ੂਰੀ ਵਿੱਚ ਹਾਂ, ਹਾਜ਼ਰੀ ਨਹੀਂ। ਕਦੀ ਕਿਸੇ ਨੂੰ ਆਪਣੀ ਵਾਈਫ ਨਹੀਂ ਭੁੱਲੀ, ਪਤੀ ਨਹੀਂ ਭੁੱਲਿਆ, ਬੱਚੇ ਨਹੀਂ ਭੁੱਲੇ, ਘਰ ਨਹੀਂ ਭੁੱਲੇ,
ਕੀ ਹੈ? ਹਜ਼ੂਰੀ ਹੈ। ਤਾਂ ਸਤਿਗੁਰ ਕਹਿੰਦੇ ਸਦਾ ਸਦਾ ਬਸੈ ਹਰ ਸੰਗ। ਉਹ ਹਮੇਸ਼ਾ ਹਰੀ ਦੇ ਨਾਲ ਵਸਦੇ ਨੇ। ਕਿਸ ਰੂਪ ਵਿੱਚ? ਸੁਰਤ ਦੇ ਰੂਪ ਵਿੱਚ। ਜਦੋਂ ਸੁਰਤ ਸ਼ਬਦ ਦੇ ਨਾਲ ਵਸਦੇ, ਸ਼ਬਦ ਗੁਰੂ ਹੈ, ਸੁਰਤ ਉਹਦੇ ਨਾਲ ਜੁੜ ਗਈ ਤੇ ਹਮੇਸ਼ਾ ਦਾ ਸੰਗ ਹੋ ਗਿਆ ਨਾ, ਹਜ਼ੂਰੀ ਬਣ ਗਈ। ਫਿਰ ਤੇ ਹਜ਼ੂਰੀ ਬਣ ਗਈ ਤੇ ਸਦਾ ਦਾ ਸੰਗ ਹੋ ਗਿਆ। ਸਰੀਰ ਸਦਾ ਦਾ ਸੰਗ ਨਹੀਂ ਕਰ ਸਕਦਾ। ਕੋਈ ਵੀ ਸਰੀਰ ਨਾਲ ਸੰਗ ਨਹੀਂ ਕਰ ਸਕਦਾ ਸਦਾ ਦਾ। ਤੁਸੀਂ ਤੇ ਮੈਂ ਇੱਥੇ ਬੈਠੇ ਹਾਂ, ਤੁਹਾਡੇ ਬੱਚੇ ਕਿਧਰੇ ਨੇ ਤੇ ਮੇਰੇ ਕਿਧਰੇ ਨੇ, ਸੰਗ ਕੀ ਹੈ ਸਰੀਰ ਦਾ? ਸਰੀਰ ਤੇ ਘਰ ਵਿੱਚੋਂ ਇੱਕ ਬੰਦਾ ਕਮਰੇ ਦੂਜੇ 'ਚ ਬੈਠਾ ਹੋਵੇ ਤਾਂ ਸੰਗ ਨਹੀਂ ਹੁੰਦਾ। ਇੱਕ ਬਾਥਰੂਮ 'ਚ ਹੋਵੇ, ਇੱਕ ਡਰਾਇੰਗ ਰੂਮ 'ਚ ਹੋਵੇ ਤਾਂ ਸੰਗ ਨਹੀਂ ਹੁੰਦਾ। ਪਰ ਯਾਦ ਰੱਖਣਾ, ਜੇਕਰ ਇੱਕ ਹਿੰਦੁਸਤਾਨ ਵਿੱਚ ਹੋਵੇ ਤੇ ਦੂਸਰਾ ਅਮਰੀਕਾ ਵਿੱਚ ਹੋਵੇ ਤੇ ਹਜ਼ੂਰੀ ਹੋ ਸਕਦੀ ਹੈ। ਹਜ਼ੂਰੀ ਹੋ ਸਕਦੀ ਹੈ, ਹਾਜ਼ਰੀ ਨਹੀਂ ਹੋ ਸਕਦੀ। ਤੇ ਪਰਮੇਸ਼ਰ ਹਜ਼ੂਰੀ ਦਾ ਵਿਸ਼ਾ ਹੈ। ਸੁਰਤ ਚੇਲੇ ਨੇ, ਸੁਰਤ ਸ਼ਿਸ਼ ਹੈ ਤੇ ਸ਼ਬਦ ਗੁਰੂ ਹੈ। ਜਦੋਂ ਮਿਲ ਜਾਏਗੀ ਤੇ ਹਜ਼ੂਰੀ ਹੋ ਜਾਏਗੀ। ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਕਿਰਪਾ ਕਰ ਰਹੇ ਨੇ, ਸਦਾ ਸਦਾ ਬਸੈ ਹਰ ਸੰਗ। ਮਹਾਰਾਜ ਕਹਿੰਦੇ ਉਹ ਹਰੀ ਨਾਲ ਵਸਦੇ ਨੇ। ਤੇ ਹਰੀ ਕਿਹੜਾ? ਜਿਹੜਾ ਹਰ ਇੱਕ ਵਿੱਚ ਹੈ, ਜਿਹੜਾ ਹਰ ਥਾਂ ਹੈ, ਜਿਹੜਾ ਸਦਾ ਹਰਿਆ ਭਰਿਆ, ਕਦੀ ਸੁੱਕਿਆ ਹੀ ਨਹੀਂ, ਹਰ ਵੇਲੇ ਵੇ, ਉਸ ਨੂੰ ਕਹਿੰਦੇ ਨੇ ਹਰ। ਉਹ ਹਰ ਵੇਲੇ ਹਰੀ ਨਾਲ ਵਸਦੇ ਨੇ ਤੇ ਹਰ ਵਕਤ ਹਰੀ ਨਾਲ ਸੁਰਤ ਵਸ ਸਕਦੀ ਹੈ। ਸਰੀਰ ਕਿਵੇਂ ਵਸ ਸਕਦਾ ਹੈ? ਇਸ ਵਾਸਤੇ ਸਤਿਗੁਰ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਦੋਂ ਉਸ ਸ਼ਬਦ ਦੀ ਧੁਨ ਦਾ ਚੇਲਾ ਸੁਰਤ ਬਣ ਜਾਏਗੀ, ਬਸ ਤਾਂ ਗੁਰੂ ਸਾਹਿਬ ਕਹਿੰਦੇ ਨੇ ਸਦਾ ਸਦਾ ਬਸੈ ਹਰ ਸੰਗ। ਉਹ ਫਿਰ ਰੱਬ ਦੇ ਪਿਆਰੇ ਹਮੇਸ਼ਾ ਪਰਮੇਸ਼ਰ ਦੇ ਪਿਆਰ ਵਿੱਚ ਤੇ ਉਹਦੀ ਹਜ਼ੂਰੀ ਵਿੱਚ ਵਸਦੇ ਨੇ। ਹਰ ਵਕਤ ਉਸ ਨਾਲ ਇੱਕ ਮਿਕ ਰਹਿੰਦੇ ਨੇ। ਹਾਂਜੀ। ਸਹਿਜ ਸੁਭਾਏ ਹੋਵੇ ਸੋ ਹੋਏ। ਸਤਿਗੁਰੂ ਕਹਿੰਦੇ ਨੇ ਫਿਰ ਉਹ ਸਹਿਜੇ ਜੋ ਕੁਝ ਹੋ ਰਿਹਾ ਹੈ, ਸਹਿਜ ਸੁਭਾਏ ਹੋਵੇ ਸੋ ਹੋਏ। ਸਹਿਜੇ ਜੋ ਕੁਝ ਹੋ ਰਿਹਾ ਹੈ, ਸਹਿਜ ਵਿੱਚ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਉਸ ਨੂੰ ਜਾਣੇ ਸਹਿਜ ਸੁਭਾਏ ਹੋਵੇ ਸੋ ਹੋਏ। ਕਿਉਂ? ਸਹਿਜ ਸੁਭਾਏ ਬਣੇਗੇ ਉੱਥੇ ਜਿੱਥੇ ਆਪਣੀ ਮਨ ਦੀ ਤੇ ਬੁੱਧੀ ਦੀ ਚਤਰਾਈ ਮੁੱਕੇਗੀ। ਨਹੀਂ ਤੇ ਬੰਦਾ ਆਪਣੀਆਂ ਸਿਆਣਪਾਂ ਨਾਲ ਕਹਿੰਦਾ ਮੈਂ ਆਹ ਕਰਾਂਗਾ, ਮੈਂ ਆਹ ਕਰਾਂਗਾ, ਮੈਂ ਆਹ ਕਰਾਂਗਾ, ਆਪਣੀ ਚਤਰਾਈਆਂ ਨਾਲ। ਗੁਰੂ ਸਾਹਿਬ ਕਹਿੰਦੇ ਨਾ ਉਹ ਆਪਣੀ ਚਤਰਾਈ ਕੋਈ ਵਰਤਦੇ ਨੇ, ਨਾ ਉਹਨਾਂ ਦੀ ਚਤਰਾਈ ਹੁਣ ਹੈ, ਨਾ ਉਹਨਾਂ ਦੀ ਕੋਈ ਆਪਣੀ ਸਿਆਣਪ ਹੈ, ਨਾ ਉਹਨਾਂ ਦੀ ਆਪਣੀ ਕੋਈ ਚਤਰਾਈ ਹੈ, ਨਾ ਕੋਈ ਆਪਣਾ ਉਹਨਾਂ ਦੀ ਬੁੱਧੀ ਦੀ ਸੋਚ ਹੈ। ਜਿਸ ਤਰ੍ਹਾਂ ਪਰਮੇਸ਼ਰ ਟੁਰ ਰਹੇ ਨੇ। ਜੈ ਬੈਸਾਲਾਂ ਤਾਂ ਬੈਸਾਂ ਸੁਆਮੀ, ਜੈ ਭੇਜਾਂ ਤਾਂ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾਂ। ਸਹਿਜੇ ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਸੰਕਲਪ ਹੀ ਉਹ ਬਖਸ਼ਦਾ ਜਿਹੜਾ ਉਹਨੇ ਆਪ ਕਰਾਉਣਾ ਹੋਵੇ। ਉਹ ਗੁਰੂ ਅੱਗੇ ਅਰਦਾਸ ਹੀ ਕਰਨੇ, ਸੱਚੇ ਪਾਤਸ਼ਾਹ ਮੇਰੀ ਮਨਮਤ ਹਿਰ ਲੈ, ਮੈਨੂੰ ਆਪਣੀ ਦਾਤ ਦੇ, ਜੋ ਤੈਨੂੰ ਭਾਵੇ ਉਹ ਹੋਵੇ। ਇਹ ਬਖਸ਼ਿਸ਼ ਕਰ, ਇਹ ਰਹਿਮਤ ਕਰ, ਮੈਂ ਤੇਰੀ ਮੱਤ ਵਿੱਚ ਟੁਰ ਸਕਾਂ। ਤਾਂ ਗੁਰੂ ਸਾਹਿਬ ਕਹਿੰਦੇ ਸਹਿਜ ਸੁਭਾਏ ਹੋਵੇ ਸੋ ਹੋਏ। ਉਹਨਾਂ ਨੂੰ ਪਤਾ ਹੈ ਵੀ ਸਹਿਜ ਵਿੱਚ ਹੀ ਪਰਮੇਸ਼ਰ ਜੋ ਕੁਝ ਕਰ ਰਿਹਾ ਹੈ। ਤੇ ਫਿਰ ਸਤਿਗੁਰ ਕਹਿੰਦੇ ਫਿਰ ਕੀ ਹੈ? ਕਰਨੇ ਹਾਰ ਪਛਾਣੇ ਸੋਏ। ਮਹਾਰਾਜ ਕਹਿੰਦੇ ਉਹਨਾਂ ਨੇ ਉਸ ਕਰਨਹਾਰ ਨੂੰ ਪਛਾਣ ਲਿਆ ਕਿ ਕਰਨਹਾਰ ਤੂੰ ਹੈ, ਜੋ ਤੂੰ ਕਰੇਗਾ ਉਹ ਹੋਏਗਾ, ਮੈਂ ਕੁਛ ਨਹੀਂ ਕਰ ਸਕਦਾ, ਮੈਨੂੰ ਕੁਛ ਨਹੀਂ ਪਤਾ। ਉਹਨਾਂ ਨੇ ਕਰਨਹਾਰ ਨੂੰ ਪਛਾਣ ਲਿਆ, ਆਪਣੇ ਕਰਤੇ ਨੂੰ ਪਛਾਣ ਲਿਆ। ਤਾਂ ਗੁਰੂ ਸਾਹਿਬ ਕਹਿੰਦੇ ਨੇ ਹੁਣ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ।
हमरा किया किछु न होए, कर है राम होए है सोए। आख्या वही होएगा जो तू करेगा, क्योंकि डोर ते तेरे हाथ है। काठ की पुत्री क्या करें बपरी, खिलावन हारो जाना है। की पता है सानू परमेश्वर, करना हार पछाणा है सोए। महाराज को करन हार नू पहचान लेंदे ने कि तेरे हुक्म अंदर सारी सृष्टि अपने अपने कर्मा मुताबिक नच रही है। जिन्नी भी ये माया दी कला है तेरे हुक्म अंदर खेड खेड रही है। इस वास्ते वो उस करन हार दे नाल ही अपना चित जोड़ते हैं। उस करन हार दी शरणागति विच ही आप पै रहिंदे ने। गुरु नानक पातशाह जी ने इत्थों तक दे बचन कहे, असी तक दे विचारे जैसी मैं आवे खसम की बाणी, तै सुना करें ज्ञान वेदा। धन गुरु रामदास साहब पातशाह ने आख्या, कीता करना सर्ब रजाई, किछ कीचै जे कर सकिए, अपना कीता किछु न होवे, ज्यों हर भावै त्यों रखिए। मेरे हर जियो सबको तेरा वस, असां जोर नहीं, जे किछ कर हम साकें, ज्यों भावै तिवें बख्श। सतगुरु ये बोल कह रहे ने, असीं किहदे विचारे हां। महाराज कहते ने रब दे प्यारे केवल ते केवल उस करनहार की पहचान कर लेंदे ने, तो उन्होंने पता लग जाता कि संसार में जो भी कृत हो रही है उसके हुक्म च हो रही है। करना हार पछाणा सोए। ते गुरुदेव कहते हैं हाँ जी, प्रभ का किया जन मीठ लगाना। सतगुरु कहते ने परमेश्वर का कीता होया इहो जे रब दे प्यारियां जनां नूं मिठा लगता है। याद रखना ये पंक्तियां केवल मूँह तो कह लैणियां सौखियां ने, रब किसे नूं किसे हम ध्यान विच ना पाए। ये केवल ते केवल गुरु अर्जन साहब नूं ही बाण आई है। गुरु अर्जन पातशाह जी तत्ती लोह ते बैठे ने ते पुछया गया की हाल है। सतगुरु कहने मीत करै सोई भल माना, मीत के करतब कुशल समाना। ये केवल गुरु अर्जन साहब पातशाह जी ने बनाई है। उलाणो मैं काहू ना दियो, मन मीठ तुहारो कियो। सतगुरु कहते मेरा किसी नाल कोई उलामा नहीं, कोई गिला नहीं, कोई शिकवा नहीं। ये उन्होंने बनाई है। असी तो 2 मिनट किते खलोते होइए ते बस ना मिले तो कह देने बस ही नहीं मिली, अज उलामा दे देने। 2 मिनट वध खलोना पवे तो बंदा रब नूं उलामा देंदा, अज बस ही नहीं मिलती भी। पर सतगुरु कहते हैं उलाणो मैं काहू ना दियो, मेरा किसी नाल कोई शिकवा, कोई रोस, कोई उलामा नहीं। ये उन्होंने आप कमा के बख्शिश कीते ने शब्द। प्रभ का किया जन मीठ लगाना। आख्या रब दे प्यारिਆਂ ਨੂੰ रब दा कीता मिठा लगता है। ये केवल ते केवल उही कह सकते हैं जेड़े उहदे हुक्म दी तामील विच बिल्कुल खलो गए ने। ते गुरु साहब कहते ने उन्होंने फिर की प्राप्ति की हुई है। जैसा सा तैसा दृष्टाना। महाराज कहते ने जदों इत्थे खलो गए फिर उन्होंने जिस तरह का परमेश्वर सी उस तरह का अनुभव हो गया है। उन्होंने फिर अनुभव हो गया परमेश्वर जिस तरह का सी। जदों इत्थे आ गए प्रभ का किया जन मीठ लगाना। जेड़े केवल ते केवल इन्ने उहदी रजा विच राजी ने, जेड़े केवल ते केवल इन्ने उसदे शुक्र ते सबर विच ने, उन्होंने फिर सतगुरु कहने प्रभ का किया जन मीठ लगाना। जैसा सा तैसा दृष्टाना। जिहो जिहा सी रब उन्होंने दिस पिया साफ। इन्नी नेड़ता हो गई अंतर आत्मा उन्हां दी, इन्ना घनिष्ठ संबंध हो गया उहदे नाल उन्हां दा।
ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਵੀ ਵੇਖ ਲਈਏ, ਜਿਹਨੂੰ ਅਸੀਂ ਕੋਈ ਉਲਾਮਾ ਦਈਏ, ਰੋਸ ਕਰੀਏ, ਉਹਦੇ ਨਾਲ ਨੇੜਤਾ ਥੋੜ੍ਹੀ ਰਹਿੰਦੀ ਹੈ। ਛੋਟੀ ਜੀ ਗੱਲ ਦਾ ਉਲਾਮਾ ਦੇਣ ਲੱਗ ਪੈਂਦਾ ਬੰਦਾ, ਤੂੰ ਮੇਰੇ ਨਾਲ ਆ ਕੀਤਾ ਹੈ। ਤੋ ਗੁਰੂ ਸਾਹਿਬ ਕਹਿ ਰਹੇ ਨੇ, ਜਿਨ੍ਹਾਂ ਨੂੰ ਉਹਨਾਂ ਰੱਬ ਦੇ ਪਿਆਰਿਆਂ ਨੂੰ ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦਿਸ਼ਟਾਨਾ। ਫਿਰ ਜਿਸ ਤਰ੍ਹਾਂ ਦਾ ਪਰਮੇਸ਼ਰ ਹੈ ਉਹਨਾਂ ਨੂੰ ਸਾਫ਼ ਦਿਸ ਪਿਆ, ਅਨੁਭਵ ਹੋ ਗਿਆ, ਇੰਨੀ ਨੇੜਤਾ ਹੋ ਗਈ, ਇੰਨਾ ਉਹਨਾਂ ਦਾ ਗਹਿਰਾ ਸੰਬੰਧ ਬਣ ਗਿਆ ਉਹਨਾਂ ਨਾਲ, ਐਸੇ ਰੱਬ ਦੇ ਪਿਆਰਿਆਂ ਨਾਲ। ਹਾਂਜੀ, ਜਿਸ ਤੇ ਉਪਜੇ ਤਿਸ ਮਾਹੇ ਸਮਾਏ। ਦੇਖਿਆ, ਹੁਣ ਜਿੱਥੋਂ ਪੈਦਾ ਹੋਏ ਸਨ, ਜਿਸ ਤੇ ਉਪਜੇ, ਤੇ ਪੈਦਾ ਕਿੱਥੋਂ ਹੋਇਆ? ਪੈਦਾ ਤੇ ਪਰਮੇਸ਼ਰ ਤੋਂ ਹੀ ਹੋਏ ਹੋਏ ਸਾਰੇ, ਇੱਕੋ ਜੋਤ ਤੇ, ਏਕ ਜੋਤ ਨੂਰ ਤੇ ਸਭ ਜੋ ਉਪਜਿਆ, ਕੌਣ ਭਲੇ ਕੋ ਮੰਦੇ। ਜਿਹੜੀਆਂ ਰਸਤੇ ਦੀਆਂ ਰੁਕਾਵਟਾਂ ਬਣੀਆਂ ਨੇ, ਮਾਫ ਕਰਨਾ, ਸਮੁੰਦਰ ਤੋਂ ਪਾਣੀ ਐਵੈਪੋਰੇਟ ਹੁੰਦਾ ਤੇ ਬਾਰਿਸ਼ ਹੋ ਕੇ ਫਿਰ ਸਮੁੰਦਰ ਵੱਲ ਜਾਂਦਾ ਹੈ, ਪਰ ਰਸਤੇ ਵਿੱਚ ਕੁਝ ਪਾਣੀ ਸੂਰਜ ਦੀ ਗਰਮੀ ਪੀ ਜਾਂਦੀ ਹੈ, ਕੁਝ ਜ਼ਮੀਨ ਪੀ ਜਾਂਦੀ ਹੈ। ਇਹੀ ਹੈ ਨਾ, ਪਾਣੀ ਟੁਰਦਾ ਹੈ ਪਹਾੜਾਂ ਤੋਂ, ਰਸਤੇ ਵਿੱਚ ਕੁਝ ਜ਼ਮੀਨ ਪੀ ਜਾਂਦੀ ਹੈ ਤੇ ਕੁਝ ਸੂਰਜ ਦੀ ਗਰਮੀ ਪੀ ਜਾਂਦੀ ਹੈ। ਬਹੁਤ ਸਾਰੇ ਜੀਵ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਵੱਲ ਟੁਰਦੇ ਤੇ ਬਹੁਤ ਨੇ, ਪਰ ਰਸਤੇ ਵਿੱਚ ਕਈਆਂ ਨੂੰ ਚਿੰਤਾਵਾਂ ਪੀ ਜਾਂਦੀਆਂ ਨੇ, ਕਈਆਂ ਨੂੰ ਦੁੱਖ ਪੀ ਜਾਂਦੇ ਨੇ। ਰਸਤੇ ਵਿੱਚ ਐਸੀਆਂ ਓਬਸਟੇਕਲ, ਚਿੰਤਾਵਾਂ, ਦੁੱਖ ਖੜੀਆਂ ਹੋ ਜਾਂਦੀਆਂ ਨੇ, ਨਹੀਂ ਨਾਮ ਜਪਿਆ ਜਾਂਦਾ, ਨਹੀਂ ਜ਼ਿੰਦਗੀ ਸਿਰੇ ਲੱਗਦੀ। ਤੇ ਉਹਦੀ ਬਖਸ਼ਿਸ਼ ਹੈ, ਉਹਦੀ ਮਾਇਆ ਹੈ, ਜੇਕਰ ਉਹ ਕਿਰਪਾ ਕਰਦੇ, ਕਿਸੇ ਨੂੰ ਬਾਂਹ ਫੜ ਕੇ ਕੱਢ ਲਵੇ, ਤਾਂ ਗੁਰੂ ਸਾਹਿਬ ਕਹਿੰਦੇ ਜਿਸ ਤੇ ਉਪਜੇ ਤੇ ਸਮਾਏ ਸਮਾਏ। ਜਿੱਥੋਂ ਪੈਦਾ ਹੋਏ ਸਨ ਉੱਥੇ ਹੀ ਪਹੁੰਚ ਗਏ। ਪਾਣੀ ਦਾ ਗਲਾਸ ਬਾਲਟੀ ਵਿੱਚੋਂ ਭਰ ਕੇ ਵੱਖ ਕਰ ਲਿਆ ਤੇ ਥੋੜ੍ਹੀ ਦੇਰ ਬਾਅਦ ਫਿਰ ਗਲਾਸ ਵਿੱਚ ਪਾਣੀ ਦੇ ਪਾ ਦਿੱਤਾ ਬਾਲਟੀ ਦੇ, ਫਿਰ ਕੌਣ ਪਛਾਣੇਗਾ ਗਲਾਸ ਵਾਲਾ ਪਾਣੀ ਕਿਹੜਾ ਤੇ ਬਾਲਟੀ ਵਾਲਾ ਕਿਹੜਾ ਹੈ? ਜਦੋਂ ਜੀਵ ਦੇ ਅੰਦਰੋਂ ਅਨਾਤਮ ਭਰਮ, ਅਗਿਆਨਤਾ ਦੂਰ ਹੋ ਗਈ ਤੇ ਫਿਰ ਹੈ ਤੇ ਰੱਬ ਦਾ ਰੂਪ ਸੀ, ਫਿਰ ਆਪਸ ਵਿੱਚ ਮਿਕਸ ਹੋ ਗਏ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਏਕ ਹੈ ਆਪ ਨਹੀਂ ਕਿਛ ਪਰਮ। ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਿਛ ਨਾਹੀ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੀ। ਤਾਂ ਗੁਰੂ ਸਾਹਿਬ ਕਹਿੰਦੇ ਨੇ ਜਿਸ ਤੇ ਉਪਜੇ ਤੇ ਸਮਾਏ ਸਮਾਏ। ਤੇ ਮੈਂ ਆਪ ਜੀ ਨੂੰ ਕਈ ਵਾਰੀ ਇਹ ਬੇਨਤੀ ਪਹਿਲਾਂ ਕੀਤੀ ਹੈ ਕਿ ਇੱਕ ਮਾਂ ਦੀ ਗੋਦ ਵਿੱਚੋਂ ਮਨੁੱਖ ਪੈਦਾ ਹੁੰਦਾ ਹੈ। ਕਦੀ ਮਾਂ ਦੀ ਗੋਦ ਵਿੱਚੋਂ ਡਾਇਰੈਕਟ ਭਗਤ ਨਹੀਂ ਜੰਮਿਆ, ਮਾਂ ਦੀ ਗੋਦ ਵਿੱਚੋਂ ਕੇਵਲ ਮਨੁੱਖ ਪੈਦਾ ਹੁੰਦਾ ਹੈ। ਸਕੂਲ ਦੀ ਗੋਦ ਵਿੱਚੋਂ ਸਿਵਲਾਈਜ਼ਡ ਮਨੁੱਖ ਬਣਦਾ, ਕੋਈ ਪੜ੍ਹ ਕੇ DC ਬਣਿਆ ਸਕੂਲ ਵਿੱਚੋਂ, SP ਬਣਿਆ ਸਕੂਲ ਵਿੱਚੋਂ। ਯਾਦ ਰੱਖਣਾ, ਮਾਂ ਦੀ ਕੁੱਖ ਵਿੱਚੋਂ ਮਨੁੱਖ ਜੰਮਦਾ ਹੈ, ਸਕੂਲ ਦੀ ਕੁੱਖ ਵਿੱਚੋਂ ਸਿਵਲਾਈਜ਼ਡ ਮਨੁੱਖ ਜੰਮਦਾ ਹੈ, ਤੇ ਗੁਰੂ ਦੇ ਸ਼ਬਦ ਦੀ ਕੁੱਖ ਵਿੱਚੋਂ ਗੁਰਮੁਖ ਜੰਮਦਾ ਹੈ। ਗੁਰੂ ਦੇ ਸ਼ਬਦ ਵਿੱਚੋਂ ਗੁਰਮੁਖ ਜੰਮੇਗਾ। ਸਤਿਗੁਰੂ ਦੀ ਬਾਣੀ ਕਹਿ ਰਹੀ ਹੈ, ਕਦੀ ਜੰਮੇ ਸਨ ਕਿਸੇ ਦੇ ਘਰ ਕੇਵਲ ਰਵਿਦਾਸ, ਭਗਤ ਰਵਿਦਾਸ ਜੰਮਿਆ ਨਹੀਂ। ਕਦੀ ਜੰਮੇ ਸਨ ਕਿਸੇ ਦੇ ਘਰ ਕੇਵਲ ਨਾਮਦੇਵ, ਭਗਤ ਨਾਮਦੇਵ ਨਹੀਂ ਜੰਮਿਆ। ਫਿਰ ਭਗਤ ਰਵਿਦਾਸ ਤੇ ਭਗਤ ਨਾਮਦੇਵ ਬਣੇ ਕਿੱਥੋਂ? ਗੁਰ ਉਪਦੇਸ਼ ਸਾਧ ਕੀ ਸੰਗਤ, ਭਗਤ ਭਗਤ ਤਾਂ ਕੋ ਨਾਮ ਪਰਿਓ। ਜਿਸ ਦਿਨ ਗੁਰੂ ਦਾ ਉਪਦੇਸ਼ ਤੇ ਰੱਬ ਦੇ ਪਿਆਰਿਆਂ ਦੀ ਸੰਗਤ ਹੋਈ, ਉਸ ਦਿਨ ਤੋਂ ਹੀ ਨਾਮ ਰਵਿਦਾਸ ਨੇ ਰਿਹਾ, ਭਗਤ ਰਵਿਦਾਸ ਬਣ ਗਿਆ। ਉਸ ਦਿਨ ਤੋਂ ਨਾਮ ਨਾਮਦੇਵ ਨੇ ਲਿਆ, ਭਗਤ ਨਾਮਦੇਵ ਹੋ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਗੁਰ ਉਪਦੇਸ਼ ਸਾਧ ਕੀ ਸੰਗਤ, ਭਗਤ ਭਗਤ ਤਾਂ ਕੋ ਨਾਮ ਪਰਿਓ। ਉਦੋਂ ਤੋਂ ਹੀ ਭਗਤ ਨਾਮ ਪੈ ਗਿਆ, ਜਦੋਂ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸਿਆ ਤੇ ਸਤਸੰਗਤ ਹੋਈ। ਡਾਕਟਰ ਉਦੋਂ ਹੀ ਬਣਿਆ ਜਦੋਂ MBBS ਦੇ ਕਾਲਜ ਵਿੱਚ ਦਾਖਲ ਹੋਇਆ, ਮੈਡੀਕਲ ਕਾਲਜ ਦਾਖਲ ਹੋਇਆ।
तो सतगुरु कह रहे ने पर एक गल इत्थे फर्क है, मां की गोद विचों जम के कोई 50-60 साल 70 साल का फिर मां की गोद विच नहीं बैठता। याद रखना, स्कूल की कुख विचों जम के कोई DC बन के, कोई डॉक्टर बन के, कोई इंजीनियर बन के स्कूल की प्री इंजीनियरिंग की क्लास में फिर नहीं बैठता। पर गुरमुख जमदा भी गुरु के शब्द विचों है, पलदा भी गुरु के शब्द विच है, अखीर लै भी गुरु के शब्द विच हो जाता है। जिस ते उपजे तिस माए समाए। मां की कुख विचों जम के कोई अखीर ते मां की कुख विच नहीं आउंदा। स्कूल की कुख विचों जम के कोई DC बन के फिर स्कूल की कुख विच नहीं आउंदा। पर गुरु की शब्द विचों गुरमुख जमदा है ते गुरु के शब्द विच ही लय हो जाता है। ते सतगुरु ने बाणी च आख्या मोए ए ना आखियां जे गुर का शब्द समाहे। महाराज कह रहे मरदे नहीं, वो तो गुरु के शब्द विच ही समा जाते हैं। तां महाराज कहने जिस ते उपजे तिस माहे समाए। ते उपजे कित्थों सन? परमात्मा तो। समा कित्थे गए? उहदे विच ही। गुरु दे शब्द तो ही जम्मे, ते गुरु का शब्द की है? परमात्मा। ते उहदे विच ही समा गए। गुरु दे शब्द विचों ही जम्मे ते शब्द विच ही समा गए। ताई सतगुरु ने पहला आख्या, गुरु तेग बहादुर साहब ने, नाम रहो साधु रहो। नाम मरदा ही नहीं। रहो गुर गोबिंद कहो नानक ए जगत में किन जपियो गुरमंत। जिन्होंने गुरु के मंत्र में जपिया वह भी नहीं मरते। उस मंत्र की है? गुरु का शब्द। तो पातशाह कह रहे हैं जिस ते उपजे तिस माए समाए। ओए सुख निदान उन्हू बन आए। बस महाराज कहते उन्होंने कोल ते फिर सुखां दा सारा खजाना आ गया। निधान मैंने खजाना। ते जिहदे कोल सोना होवे चोखा सारा, वो भावें उहदे विचों वंगां बना लवे ते भावें हार बना लवे, भावें कड़े बना लवे। सोना जो उहदे कोल है, भावें जिहड़ा मर्जी गहना कढ़ लवे उहदे कोल। मिट्टी जो कोल उहदे च जिहड़ा मर्जी भांडा कढ़ लवे। सुख निधान जो आ गया, परमेश्वर सुखदाता जो आ गया, फिर बाकी सुखां दी की कमी है? सुख निधान का मतलब है खजाना। सारिया सुखां का खजाना जिहड़ा परमेश्वर है। महाराज कहते ओए सुख निधान उन्होंने बन आए। उन्होंने बन आई उहदे नाल ही बस। भाव उस घर दे मालक बन गए। हो परमात्मा के घर दे मालक ही हो गए। जिस परमात्मा ने सारे सुख देने ने संसार नूं, उस घर दे मालक हो गए, क्योंकि समाज उहदे च ही गए, उहदे नाल एकमिक हो गए। ते जिहदे नाल एकमिक हो गए उस घर दे मालक भी हो गए। जो किस ठाकुर का सो सेवक का। सिख गुरु, गुरु सिख है, एको गुरु उपदेश चलाए। आप जी जपजी साहिब विच बचन पढ़दे हो, मन्ना तरै तारे गुर सिख। ये पंक्तियां बहुत गहरियां ने। मन्ना पहला कोई शिष्य बन के गुरु की गल मनदा है, फिर की करदा? मन के की हुंदा? तरै, आप तर जांदा है। मन्ना असीं ते मन्ने पढ़ने फिर वो गलत हो जाएगा सारा कुछ। मन्ना तरै, रारे उत्ते दो लावां ने, आप तरदा है। मन्ना तरै, फिर की करदा? तारे। फिर उन्होंने गुरु दूजिया नूं तारन वाला बना दिंदा है। गुर दे रारे थले औंकड़ है। गुरु की पदवी ते पहुँच के सिख दे खखे नूं औंकड़ नहीं मुकता है, बहुवचन बहुते शिष्य। फिर अगों होर कईयां शिष्यां नूं तारदा है। बाबा लहना पहला गुरु नानक साहब की संगत विच आन के आप तरे, फिर गुरु बने, फिर गुरु बन के होर शिष्यां नूं तारिया। पहला गुरु नानक साहब की संगत विच आन शिष्य बने, आन के उन्होंने हुक्म नूं कमाया। मन्ना तरै, आप तर गए। फिर की होया? तारे गुर सिख, फिर गुरु बन के होरना शिष्यां नूं तारिया। क्यों? क्योंकि गुरु नानक साहब के शब्द विचों जदों उपजे तो उहदे विच ही समा गए, भाव एकमिक हो गए। गुरु सिख, गुरु सिख गुरु है, एको गुरु उपदेश चलाए। जो कुछ गुरु नानक पातशाह कोल सी, जदों बाबे लहणे की झोली नूं वेख्या कि एडी शरधा वाली है, एडी तांग वाली है, तो गुरु साहब ने सारा कुछ उहदे च पाता।
ਜਦੋਂ ਗੁਰੂ ਨਾਨਕ ਸਾਹਿਬ ਨੇ ਆਖਿਆ, ਲੈਣਿਆ ਜੇਕਰ ਤੂੰ ਲੱਭਦਾ ਫਿਰਦਾ ਸੈਂ ਗੁਰੂ, ਤੇ ਮੈਂ ਵੀ ਸ਼ਿਸ਼ ਲੱਭਦਾ ਫਿਰਦਾ ਸਾਂ। ਤੂੰ ਬੀਜ ਲੱਭਦਾ ਫਿਰਦਾ ਸੈਂ, ਮੈਂ ਜ਼ਮੀਨ ਲੱਭਦਾ ਫਿਰਦਾ ਸਾਂ ਵੀ ਬੀਜ ਮੇਰੇ ਕੋਲੇ ਬੀਜਾ ਕਿੱਥੇ। ਤੂੰ ਬੀਜ ਦੀ ਭਾਲ ਵਿੱਚ ਸੈਂ, ਮੈਂ ਜ਼ਮੀਨ ਦੀ ਭਾਲ ਵਿੱਚ ਸਾਂ। ਮੈਨੂੰ ਤੇਰੀ ਅੰਤःਕਰਨ ਹਿਰਦਾ ਜ਼ਮੀਨ ਮਿਲ ਗਈ ਏ, ਤੇ ਮੈਨੂੰ ਪਰਮੇਸ਼ਰ ਨੇ ਬੀਜ ਦਿੱਤਾ ਸੀ। ਹੁਣ ਮੈਂ ਬੀਜ ਤੇਰੀ ਅੰਤःਕਰਨ ਦੀ ਧਰਤੀ ਵਿੱਚ ਬੀਜਾਂਗਾ, ਤੇ ਅੱਗੋਂ ਸਿੱਖੀ ਪ੍ਰਫੁੱਲਤ ਹੋਵੇਗੀ। ਬੀਜ ਹੈ, ਧਰਤੀ ਨਹੀਂ, ਕਿੱਥੇ ਉੱਗੇ? ਬੀਜ ਤੇ ਹੈ। ਤੁਸੀਂ ਆਪੇ ਹਿਸਾਬ ਲਾਓ। ਕਈ ਵਾਰੀ ਮੇਰੀ ਤੁਹਾਡੀ ਰੋਜ਼ ਦੀਆਂ ਗੱਲਾਂ ਨੇ। ਬੰਦੇ ਨੂੰ ਜ਼ਰੂਰੀ ਮਜਬੂਰੀ ਕਿਸੇ ਦੇ ਘਰ ਜਾਣਾ ਪਏ, ਤੇ ਘਰ ਦਾ ਨੌਕਰ ਇਮਾਨਦਾਰ ਨਾ ਹੋਵੇ, ਤੇ ਬੰਦਾ ਕਹਿੰਦਾ ਚਾਬੀ ਕਿਹਨੂੰ ਦੇ ਕੇ ਜਾਵਾਂ, ਦੁਕਾਨ ਕਿਵੇਂ ਬੰਦ ਕਰਕੇ ਜਾਵਾਂ, ਨਿਕਲ ਨਹੀਂ ਸਕਦਾ। ਚਾਬੀ ਵੀ ਹੈ, ਦੁਕਾਨ ਦੀ ਦੇਵੇ ਕਿਹਨੂੰ? ਗੁਰੂ ਨਾਨਕ ਪਾਤਸ਼ਾਹ ਕੋਲ ਪਰਮੇਸ਼ਰ ਦੇ ਦਰ ਦੀ ਚਾਬੀ ਹੈ ਸੀ, ਪਰ ਲੈਣਾ ਮਿਲ ਗਿਆ ਚਾਬੀ ਦੇਣ ਵਾਲਾ, ਤਾਂ ਦਿੱਤੀ ਨਾ ਉਹਨਾਂ ਨੂੰ। ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਮਹਾਰਾਜ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਟੁੱਟਦੇ ਨੇ, ਇਹ ਜੀਵ ਪਹਿਲਾਂ ਉਸ ਗੁਰੂ ਦੀ ਸੰਗਤ ਵਿੱਚ ਜਾਂਦਾ ਹੈ, ਫਿਰ ਜੋ ਗੁਰੂ ਕਹਿੰਦਾ ਉਸ ਨੂੰ ਕਮਾਉਂਦਾ ਹੈ, ਫਿਰ ਕਮਾ ਕੇ ਅੱਗੋਂ ਉਸ ਸੌਦੇ ਨੂੰ ਅੱਗੋਂ ਵੇਚਣ ਵਾਲਾ ਬਣਾ ਦਿੰਦਾ ਗੁਰੂ। ਪਾਤਸ਼ਾਹ ਕਹਿੰਦੇ ਨੇ, ਓਏ ਸੁਖ ਨਿਧਾਨ ਉਹਨੂੰ ਬਣ ਆਏ। ਮਹਾਰਾਜ ਕਹਿੰਦੇ ਉਹ ਸੁੱਖਾਂ ਦਾ ਖਜ਼ਾਨਾ ਜਿਹੜਾ ਗੁਰੂ ਕੋਲ ਮਿਲਿਆ ਸੀ, ਉਹ ਉਹਨਾਂ ਦੀ ਝੋਲੀ ਵਿੱਚ ਪੈਂਦਾ, ਉਹਨਾਂ ਨੂੰ ਹੀ ਬਣ ਆਉਂਦਾ ਉਸ ਨੂੰ ਸੰਭਾਲ ਕੇ ਰੱਖਣਾ। ਬਾਬੇ ਲੈਣੇ ਨੇ ਜੋ ਕੁਝ ਗੁਰੂ ਨਾਨਕ ਪਾਤਸ਼ਾਹ ਜੀ ਕੋਲੋਂ ਮਿਲਿਆ ਸੀ, ਉਹ ਕਿਸ ਤਰ੍ਹਾਂ ਸੰਭਾਲ ਕੇ ਰੱਖਿਆ ਤੇ ਕਿਸ ਤਰ੍ਹਾਂ ਵੰਡਿਆ ਸਿੱਖ ਜਗਤ ਵਿੱਚ। ਮੈਂ ਆਪ ਜੀ ਦੇ ਨਾਲ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ, ਜਿੱਦਣ ਸਕੂਲ ਵਿੱਚ ਬੱਚੇ ਕੈਂਪ ਤੋਂ ਆਏ ਸਨ ਤੇ ਉਹਨਾਂ ਨੂੰ ਸਰਟੀਫਿਕੇਟ ਮਿਲੇ ਸਨ। ਯਾਦ ਰੱਖਣਾ, ਬਾਬੇ ਲਹਿਣੇ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸਰਟੀਫਿਕੇਟ ਦਿੱਤਾ ਹੈ। ਗੁਰਬਾਣੀ ਕਹਿ ਰਹੀ ਹੈ। ਉਹ ਸਬਜੈਕਟ ਕੀ ਸਨ ਸਰਟੀਫਿਕੇਟ ਦੇ, ਉਹਦੇ ਵਿੱਚ ਨੰਬਰ ਕਿੰਨੇ ਆਏ ਨੇ ਬਾਬਾ ਲਹਿਣਾ ਦੇ, ਸਭ ਕੁਝ ਲਿਖਿਆ ਹੈ। ਹਿੰਦੀ ਦਾ ਇੱਕ ਲਫ਼ਜ਼ ਹੈ ਪ੍ਰਮਾਣ ਪੱਤਰ। ਪ੍ਰਮਾਣ ਪੱਤਰ ਕਹਿੰਦੇ ਨੇ ਸਰਟੀਫਿਕੇਟ ਨੂੰ, ਡਿਗਰੀ ਜਿਹੜੀ ਮਿਲਦੀ ਹੈ। ਭੱਟ ਜੀ ਕਹਿੰਦੇ ਨੇ, ਗੁਰ ਗਮ ਪ੍ਰਮਾਣ ਤੈ ਪਾਇਓ, ਸਤ ਸੰਤੋਖ ਗ੍ਰਾਹਜ ਲਿਓ। ਆਖਿਆ ਐ ਬਾਬਾ ਲਹਿਣਾ ਜੀ, ਗੁਰੂ ਅੰਗਦ ਸਾਹਿਬ ਜੀ, ਆਪ ਜੀ ਜਦੋਂ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਗਏ, ਆਪ ਜੀ ਨੂੰ ਗੁਰੂ ਨਾਨਕ ਸਾਹਿਬ ਨੇ 2 ਸਬਜੈਕਟ ਪੜ੍ਹਾਏ, ਸਤ ਤੇ ਸੰਤੋਖ। ਤੇ ਜਦੋਂ ਆਪ ਜੀ ਨੇ ਦੋਨੋਂ ਕਮਾ ਕੇ ਆਪਣੇ ਹਿਰਦੇ ਵਿੱਚ ਇਕੱਠੇ ਕਰ ਲਏ ਤੇ 100% ਨੰਬਰ ਲੈ ਲਏ, ਤੇ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਸਰਟੀਫਿਕੇਟ ਇਸ਼ੂ ਕਰ ਦਿੱਤਾ ਵੀ ਪਾਸ ਹੈ। ਗੁਰੂ ਨਾਨਕ ਸਾਹਿਬ ਨੇ ਸਰਟੀਫਿਕੇਟ ਇਸ਼ੂ ਕਰ ਦਿੱਤਾ ਤੁਹਾਨੂੰ ਕਿ ਲੈਣਿਆ ਤੂੰ ਪਾਸ ਹੈ ਹੁਣ ਬਸ। ਗੁਰ ਗਮ, ਗਮ ਮੈਨੇ ਜਾਣਾ ਸੰਸਕ੍ਰਿਤ ਦਾ ਸ਼ਬਦ ਹੈ। ਗੁਰੂ ਕੋਲ ਜਾ ਕੇ ਪ੍ਰਮਾਣ ਤੈ ਪਾਇਓ, ਸਰਟੀਫਿਕੇਟ ਡਿਗਰੀ ਹਾਸਲ ਕੀਤੀ। ਸਤ ਸੰਤੋਖ ਗ੍ਰਾਹਜ ਲਿਓ, ਆਪਣੇ ਅੰਦਰ ਸਤ ਤੇ ਸੰਤੋਖ ਪੂਰੀ ਤਰ੍ਹਾਂ ਭਰ ਲਏ, ਇਕੱਠੇ ਕਰ ਲਏ। ਗ੍ਰਾਜ ਮੈਨੇ ਇਕੱਠਾ ਕਰਨਾ। ਤਾਂ ਮਹਾਰਾਜ ਕਹਿੰਦੇ ਨੇ, ਓਏ ਸੁਖ ਨਿਧਾਨ ਉਹਨੂੰ ਬਣ ਆਏ। ਜੋ ਕੁਝ ਗੁਰੂ ਨਾਨਕ ਸਾਹਿਬ ਦਾ ਖਜ਼ਾਨਾ ਸੀ ਉਹ ਬਾਬਾ ਲਹਿਣਾ ਜੀ ਕੋਲ ਆ ਗਿਆ। ਸਤਿਗੁਰੂ ਜਿਹੜੇ ਰੱਬ ਦੇ ਪਿਆਰੇ ਨੇ, ਉਹ ਰੱਬ ਨੂੰ ਜਪ ਜਪ ਕੇ ਉਹਦੇ ਖਜ਼ਾਨੇ ਦੇ ਮਾਲਕ ਬਣ ਜਾਂਦੇ ਨੇ। ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਇਹ ਬਚਨ ਕਹੇ ਨੇ ਕਿ ਜਦੋਂ ਗੁਰੂ ਅਮਰਦਾਸ ਸਾਹਿਬ ਨੇ ਮੇਰੇ ਤੇ ਤੁੱਠੇ ਬਖਸ਼ਿਸ਼ ਕੀਤੀ, ਤੇ ਫਿਰ ਹਰ ਨਾਮ ਹੈ ਕਿ ਸਤਿਗੁਰ ਹਮਕੋ ਕਾਰਕੁੰਨੀ ਦੀ। ਕਾਰਕੁੰਨੀ ਦਾ ਮਤਲਬ ਹੁੰਦਾ ਪਾਵਰ ਆਫ ਅਟਾਰਨੀ, ਮੁਖਤਿਆਰ ਆਮ। ਆਖਿਆ ਹਰੀ ਦੇ ਨਾਮ ਦਾ ਮੁਖਤਿਆਰ ਬਣਾ ਦਿੱਤਾ ਮੈਨੂੰ, ਤੇ ਚਾਬੀ ਸੌਂਪ ਦਿੱਤੀ। ਇਹ ਬਚਨ ਹੈ। ਗੁਰੂ ਸਾਹਿਬ ਕਹਿੰਦੇ ਨੇ, ਓਏ ਸੁਖ ਨਿਧਾਨ ਉਹਨੂੰ ਬਣ ਆਏ। ਉਹ ਸੁੱਖਾਂ ਦਾ ਖਜ਼ਾਨਾ ਫਿਰ ਉਹਨਾਂ ਦੀ ਝੋਲੀ ਵਿੱਚ ਪੈਂਦਾ, ਉਹਨਾਂ ਨੂੰ ਹੀ ਉਸ ਨਾਲ ਬਣ ਆਉਂਦੀ ਹੈ। ਹਾਂਜੀ, ਆਪਸ ਕੋ ਆਪ ਦੀਨੋ ਮਾਣ। ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਨੇ ਆਪਣੇ ਪਿਆਰਿਆਂ ਨੂੰ ਆਪ ਹੀ ਇਹ ਵਡਿਆਈ ਦਿੱਤੀ ਹੈ। ਗੁਰੂ ਨੇ ਆਪਣੇ ਪਿਆਰਿਆਂ ਨੂੰ ਆਪ ਹੀ ਵਡਿਆਈ ਦਿੱਤੀ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਆਮ ਤੌਰ ਤੇ ਸੰਸਾਰ ਵਿੱਚ ਐਸਾ ਹੋ ਰਿਹਾ ਹੈ, ਗੁਰੂ ਮਾਣ ਦਿੰਦਾ ਹੈ ਤੇ ਸਿੱਖ ਕੋਲੋਂ ਸੰਭਾਲਿਆ ਨਹੀਂ ਜਾਂਦਾ ਤੇ ਅਪਮਾਨ ਬਣ ਜਾਂਦਾ ਹੈ। ਗੁਰੂ ਨੇ ਤੇ ਸਾਡੀ ਝੋਲੀ ਵਿੱਚ ਮਾਣ ਪਾਇਆ ਹੈ, ਇੱਜ਼ਤ ਪਾਈ ਹੈ, ਪਰ ਸਾਡੇ ਕੋਲੋਂ ਸੰਭਾਲੀ ਨਹੀਂ ਗਈ, ਅਪਮਾਨ ਬਣ ਗਈ ਹੈ। ਆਮ ਤੌਰ ਤੇ ਗੁਰੂ ਦੀ ਦੁਕਾਨ ਤੇ ਅਪਮਾਨ ਨਹੀਂ ਵਿਕਦਾ, ਝੂਠ ਨਹੀਂ ਵਿਕਦਾ। ਗੁਰੂ ਸੱਚ ਦਾ ਹੀ ਸੌਦਾ ਵੇਚਦਾ ਹੈ।
ਮਾਣ ਦਿੰਦਾ ਹੈ, ਪਰ ਸਿੱਖ ਕੋਲੋਂ ਮਾਣ ਸੰਭਾਲਿਆ ਨਹੀਂ ਜਾਂਦਾ, ਅਪਮਾਨ ਬਣ ਜਾਂਦਾ। ਕਿਸ ਤਰ੍ਹਾਂ ਬਣਦਾ? ਮੈਂ ਕਈ ਵਾਰੀ ਕਹਿਣਾ ਹੁੰਦਾ, ਸਿੱਖ ਨੇ ਅਰਦਾਸ ਕੀਤੀ ਗੁਰੂ ਅੱਗੇ, ਸਤਿਗੁਰੂ ਮੇਰੇ ਕੋਲ ਕੋਠੀ ਕੋਈ ਨਹੀਂ, ਇੱਕ ਮਕਾਨ ਕੋਈ ਨਹੀਂ, ਘਰ ਕੋਈ ਨਹੀਂ, ਮੈਂ ਕਿਰਾਏ 'ਤੇ ਰਹਿਣਾ। ਕਦੀ ਮਾਲਕ ਮਕਾਨ ਕਹਿੰਦਾ ਮੇਰਾ ਫਰਸ਼ ਖਰਾਬ ਕਰ ਦਿੱਤਾ ਹੈ, ਕਦੀ ਕਹਿੰਦਾ ਹੁਣ ਵਿਹਲਾ ਘਰ ਮੈਨੂੰ ਚਾਹੀਦਾ ਹੈ, ਸਤਿਗੁਰੂ ਮੈਨੂੰ ਵੀ ਆਪਣਾ ਘਰ ਦੇ। ਗੁਰੂ ਨੇ ਤੇ ਬੇਨਤੀ ਮੰਨ ਲਈ, ਸਿੱਖ ਨੂੰ ਆਪਣੀ ਕੋਠੀ ਦੇ ਦਿੱਤੀ। ਹੁਣ ਸਿੱਖ ਕੋਠੀ ਬਣਾਉਂਦਾ, ਕਹਿੰਦਾ ਜੇ ਵਿੱਚ ਮੈਂ ਬਾਹਰ ਨਾ ਬਣਾਵਾਂ ਮੇਰਾ ਸਟੇਟਸ ਨਹੀਂ ਰਹਿੰਦਾ, ਅਪਮਾਨ ਬਣ ਗਿਆ, ਹੋਰ ਕੀ ਹੋਇਆ। ਕਦੀ ਤਰਸਦਾ ਸੀ ਘਰ ਵਾਸਤੇ, ਹੁਣ ਗੁਰੂ ਨੇ ਘਰ ਦੇਣ ਦੀ ਬਖਸ਼ਿਸ਼ ਕੀਤੀ ਤੇ ਹੁਣ ਕਹਿੰਦਾ ਵਿੱਚ ਮੈਂ ਬਾਹਰ ਨਾ ਬਣਾਵਾਂ। ਹੁਣ ਦਾਤਾ ਤੇ ਭੁੱਲ ਹੀ ਗਿਆ। ਇਹੀ ਤੇ ਮਾਨ ਅਪਮਾਨ ਬਣਿਆ, ਹੋਰ ਕੀ ਹੈ। ਨਹੀਂ ਬਣਿਆ। ਅਸੀਂ ਅੰਦਰ ਆਪਣੇ ਸੋਚ ਕੇ ਵੇਖੀਏ। ਕਦੀ ਗੁਰੂ ਅੱਗੇ ਅਰਦਾਸ ਕਰਦਾ ਸੀ, ਸਤਿਗੁਰੂ ਮੈਨੂੰ ਬੱਸਾਂ ਤੇ ਰੁਲ ਕੇ ਆਉਣਾ ਪੈਂਦਾ, ਕਿਰਪਾ ਕਰ, ਤੂੰ ਦੁਨੀਆ ਨੂੰ ਕਾਰਾਂ ਦਿੱਤੀਆਂ ਨੇ ਪਾਤਸ਼ਾਹ, ਤੇਰੇ ਘਰ ਕੋਈ ਘਾਟਾ ਮੈਨੂੰ ਵੀ ਦੇ। ਉਸਨੇ ਸੁਣ ਲਈ ਪੁਕਾਰ, ਸਿੱਖ ਨੂੰ ਕਾਰ ਦਿੱਤੀ, ਵੇ ਸਟੀਰੀਓ ਵੀ ਲੱਗਾ ਲਗਾਇਆ ਆ ਗਿਆ, CD ਵੀ ਲੱਗਾ ਆਇਆ, ਹੁਣ ਵਿੱਚੋਂ ਗਾਣੇ ਸੁਣਦਾ, ਹੁਣ ਮਾਨ ਅਪਮਾਨ ਬਣ ਗਿਆ, ਹੋਰ ਕੀ ਹੋਇਆ। ਜਿਨ੍ਹਾਂ ਦੀ ਕਾਰ ਵਿੱਚੋਂ ਗਾਣਿਆਂ ਦੀ ਆਵਾਜ਼ ਆ ਰਹੀ ਹੈ, ਯਾਦ ਰੱਖਣਾ ਉਹ ਮਾਨ ਅਪਮਾਨ ਬਣ ਚੁੱਕਾ ਹੈ, ਮਤੇ ਭੁਲੇਖਾ ਹੋਵੇ। ਤੇ ਜਿਨ੍ਹਾਂ ਦੀ ਗੱਡੀ ਵਿੱਚੋਂ ਉਸ ਦੇਣ ਵਾਲੇ ਦੇ ਗੁਣ ਗਾਏ ਜਾ ਰਹੇ ਨੇ, ਨਮਸਕਾਰ ਹੈ ਉਹਨਾਂ ਦੇ ਚਰਨਾਂ ਵਿੱਚ ਤੇ ਉਹਨਾਂ ਦੀ ਕਾਰ ਨੂੰ ਵੀ। ਜਿਨ੍ਹਾਂ ਨੂੰ ਗੁਰੂ ਨੇ ਦਾਤ ਦਿੱਤੀ ਤੇ ਉਹਨਾਂ ਨੇ ਗੁਰੂ ਨੂੰ ਚੇਤੇ ਰੱਖਿਆ। ਤੇ ਜੇ ਗੁਰੂ ਨੇ ਬੰਗਲੇ ਦਿੱਤੇ ਨੇ ਤੇ ਵਿੱਚ DG ਚੱਲ ਰਹੇ ਨੇ, ਫਿਰ ਕੀ ਹੈ। ਫਿਰ ਹੂ ਹਾ ਹੋ ਰਹੀ ਹੈ ਤੇ ਫਿਰ ਕੀ ਹੈ, ਫਿਰ ਅਪਮਾਨ ਬਣ ਚੁੱਕਾ ਹੈ। ਗੁਰਸਿੱਖ ਦਾ ਜੀਵਨ ਤੇ ਬੜਾ ਉੱਚਾ ਸੀ, ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਨਾਲ ਵੀ ਜੁੜ ਜਾਂਦਾ। ਤੇ ਮਹਾਰਾਜ ਕਹਿੰਦੇ ਆਪਸ ਕੋ ਆਪ ਦੀਨੋ ਮਾਨ, ਆਪਣਿਆਂ ਪਿਆਰਿਆਂ ਨੂੰ ਉਹ ਆਪ ਹੀ ਬਖਸ਼ਿਸ਼ ਕਰਦਾ, ਆਪਣਾ ਆਪ ਹੀ ਮਾਣ ਦਿੰਦਾ, ਇੱਜ਼ਤ ਦਿੰਦਾ ਹੈ। ਪਰ ਜੇਕਰ ਮਾਨ ਨੂੰ ਅਪਮਾਨ ਬਣਾ ਲੈਣ, ਫਿਰ ਗੁਰੂ ਨੇ ਤੇ ਬਖਸ਼ਿਸ਼ ਕੀਤੀ, ਗੁਰਸਿੱਖਾ ਤੈਨੂੰ ਕੀਰਤਨ ਕਰਨ ਦੀ, ਕਥਾ ਕਰਨ ਦੀ ਦਾਤ ਦੇ ਦਿੱਤੀ, ਤੇ ਜੇ ਤੂੰ ਹੁਣ ਆਖੇ ਪਹਿਲਾਂ 20,000 ਧਰ, ਫਿਰ ਮੈਂ ਕੀਰਤਨ ਕਰਾਂਗਾ, ਫਿਰ ਮਾਨ ਰਹਿ ਜਾਏਗਾ। ਜੇਕਰ ਤੂੰ ਪਹਿਲਾਂ ਕਹੇ ਤੂੰ ਮੈਨੂੰ 5,000 ਪਹਿਲਾਂ ਦੇ, ਤਾਂ ਮੈਂ ਚੱਲ ਕੇ ਕਥਾ ਕਰਾਂਗਾ। ਇਹਦਾ ਮਤਲਬ ਹੈ ਉਸ ਮਾਨ ਨੂੰ ਤੂੰ ਨਹੀਂ ਸੰਭਾਲ ਸਕਿਆ। ਕਈ ਵਾਰੀ ਬੰਦੇ ਕੋਲ ਪੈਸਾ ਬਹੁਤ ਆਉਂਦਾ, ਸੰਭਾਲਿਆ ਨਹੀਂ ਜਾਂਦਾ। ਕਈ ਤੁਸੀਂ ਬੰਦੇ ਵੇਖੇ ਹੋਣਗੇ ਗਰੀਬੀ ਵਿੱਚ ਬੜੇ ਸ਼ਰੀਫ ਹੁੰਦੇ ਨੇ, ਜਰਾ ਕੋਈ ਪੈਸੇ ਆਉਣ ਦੀ ਗੱਲ ਜੀਵਨ ਹੀ ਹੋ ਜਾਂਦਾ। ਤਾਂ ਸਤਿਗੁਰੂ ਕਹਿ ਰਹੇ ਨੇ ਆਪਸ ਕੋ ਆਪ ਦੀਨੋ ਮਾਨ, ਆਪਣਿਆਂ ਨੂੰ ਉਹ ਆਪ ਹੀ ਮਾਣ ਬਖਸ਼ਦਾ, ਇੱਜ਼ਤ ਬਖਸ਼ਦਾ ਹੈ। ਰੱਬ ਕਰਕੇ ਉਹਦੇ ਅੱਗੇ ਹੱਥ ਜੋੜੀਏ, ਸਤਿਗੁਰੂ ਮਾਨ ਕਦੀ ਅਪਮਾਨ ਨਾ ਬਣਨ ਦੇਈਂ। ਮਾਨ ਮੰਗਦੇ ਆ, ਮਾਣ ਮੰਗੂ ਤਾਨ ਮੰਗੂ, ਧਨ ਨੁੱਤ ਦੇ। ਸਤਿਗੁਰੂ ਤੂੰ ਮੇਰਾ ਪਿਓ ਹੈ, ਜੇ ਆਪਣੇ ਪਿਓ ਕੋਲ ਨਾ ਮੰਗਿਓ ਹੈ, ਜੇ ਆਪਣੇ ਪਿਓ ਕੋਲ ਨਾ ਮੰਗੀਏ ਤੇ ਕਿਸੇ ਕੋਲੋਂ ਮੰਗਦਿਆਂ ਤੇ ਸ਼ਰਮ ਆਉਂਦੀ ਹੈ। ਜੇ ਤੇਰੇ ਕੋਲੋਂ ਨਾ ਮੰਗੀਏ ਤੇ ਕਿਹਦੇ ਕੋਲ ਮੰਗੀਏ।